ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਾਨੂੰ ਜੀ ਆਇਆਂ ਜੀ। ਆਪ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਹਲਾ ਚੌਥਾ ਦੇ ਦੂਜੇ ਸ਼ਬਦ ਦੀ ਵਾਰੀ ਹੈ ਜੀ। ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਸਾ ਮਹਲਾ ਚੌਥਾ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜਿਉ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜਿਉ। ਮਨ ਹਿਰਦੇ ਕ੍ਰੋਧ ਮਹਾ ਬਿਸਲੋਦ, ਨਿਰਭਤਾਵੇ ਲੜ ਦੁਖ ਪਾਇਆ। ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ। ਹਰ ਹਰ ਕਿਰਪਾ ਧਾਰੀ ਮੇਰੇ ਠਾਕਰ, ਬਿਖ ਗੁਰਮਤਿ ਹਰ ਨਾਮ ਲੈ ਲਾਏ ਜਿਉ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਹਰ ਹਰ ਕਿਰਪਾ ਧਾਰੀ ਮੇਰੇ ਠਾਕਰ, ਬਿਖ ਗੁਰਮਤਿ ਹਰ ਹਰ ਨਾਮ ਲੈ ਜਾਏ ਜਿਉ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜੀ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਗੁਰੂ ਜੀ ਆਖਦੇ ਹਨ, ਜਿਸ ਵੇਲੇ ਤੇਤਾ ਯੁਗ ਦਾ ਸਮਾਂ ਆਇਆ ਤਾਂ ਅੰਤਰੇ ਭੇਦ ਨੇ। ਅੰਤਰ ਜੀਵ ਦੀ ਅੰਤਰ ਆਤਮਾ ਨੇ ਆਪਣਾ ਜ਼ੋਰ ਪਾ ਲਿਆ ਜੀ, ਬਲ ਪਾ ਲਿਆ ਜੀ, ਅਤੇ ਜਤ ਨੂੰ ਧਾਰ ਕੇ ਇੰਦਰੀਆਂ ਦੇ ਸੰਜਮ ਰੂਪ ਕਰਮ ਕਮਾਏ ਜੀ। ਭਾਵ ਕਿ ਤੇਤੇ ਯੁੱਗ ਵਿੱਚ ਜੀਵਾਂ ਨੂੰ ਆਪਣੇ ਇੰਦਰੀਆਂ ਤੇ ਕਾਬੂ ਨਹੀਂ ਰਿਹਾ ਜੀ। ਅਗਲੀ ਪੰਕਤੀ ਹੈ ਜੀ। ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜੀ। ਗੁਰੂ ਜੀ ਆਖਦੇ ਹਨ ਕਿ ਇਸ ਧਰਮ ਦੇ ਯੁੱਗ ਵਿੱਚ ਦਇਆ ਸੱਥ ਖਿਸਕ ਗਿਆ, ਭਾਵ ਖਤਮ ਹੋ ਗਿਆ, ਤੇ ਧਰਮ ਦੇ ਤਿੰਨ ਪੈਰ ਰਹਿ ਗਏ। ਭਾਵ ਇੱਕ ਚੀਜ਼ ਚਲੀ ਗਈ ਚਾਵਾਂ ਚੋਂ, ਤੇ ਹੁਣ ਜੋ ਧਰਮ ਸੀ ਉਹ ਤਿੰਨ ਪੈਰ ਤੇ ਆ ਖਲੋ ਗਿਆ। ਜਗ ਤਪ ਦਾਨ ਉੱਤੇ ਟਿਕ ਗਿਆ। ਮਨ ਅਤੇ ਹਿਰਦੇ ਵਿੱਚ ਕ੍ਰੋਧ ਜਲਾਏ ਜਿਉ, ਭਾਵ ਕ੍ਰੋਧ ਪੈਦਾ ਹੋ ਗਿਆ। ਭਾਵ ਮਨ ਅਤੇ ਹਿਰਦੇ ਵਿੱਚ ਬਹੁਤ ਜ਼ਿਆਦਾ ਮਹਾਮੋਹ ਕ੍ਰੋਧ ਜਲਣ ਲੱਗ ਪਿਆ ਜੀ ਇੱਕ ਦੂਸਰੇ ਪ੍ਰਤੀ। ਅਗਲੀ ਪੰਕਤੀ ਹੈ ਜੀ। ਮਨ ਹਿਰਦੇ ਕ੍ਰੋਧ ਮਹਾ ਬਿਸਲੋਦ, ਨਿਰਭਤਾਵੇ ਲੜ ਦੁਖ ਪਾਇਆ। ਗੁਰੂ ਜੀ ਆਖਦੇ ਹਨ ਕਿ ਜੀਵ ਦੇ ਮਨ ਤੇ ਹਿਰਦੇ ਵਿੱਚ ਕ੍ਰੋਧ ਹੋਣ ਕਰਕੇ ਉਸ ਚੀਜ਼ ਨੇ ਮਹਾ ਵਿਸ਼ਿਆਂ ਨੂੰ ਲੋਧ, ਭਾਵ ਵਿਸ਼ਿਆਂ ਦੇ ਲੋਹ ਬੀਜ ਬਣ ਗਿਆ ਜੀ, ਬੀਜਿਆ ਗਿਆ। ਅਤੇ ਰਾਜੇ ਮਹਾਰਾਜੇ ਲੋਕ ਦੌੜ ਕੇ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਖਾਤਰ ਇੱਕ ਦੂਸਰੇ ਨਾਲ ਲੜ ਕੇ ਦੁੱਖ ਪਾਉਂਦੇ ਹਨ ਜੀ। ਅਗਲੀ ਪੰਕਤੀ ਹੈ ਜੀ। ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ। ਗੁਰੂ ਜੀ ਆਖਦੇ ਹਨ ਤ੍ਰੇਤੇ ਯੁੱਗ ਵਿੱਚ ਜੀਵਾਂ ਦੇ ਹਿਰਦੇ ਅੰਦਰ ਮਮਤਾ ਰੂਪੀ ਮੋਹ ਮਾਇਆ ਦਾ ਰੋਗ ਲੱਗ ਗਿਆ ਜੀ, ਅਤੇ ਇਸੇ ਕਰਕੇ ਲੋਕਾਂ ਨੇ ਆਪਣਾ ਹਉਮੈ ਤੇ ਹੰਕਾਰ ਉਸਨੂੰ ਵਧਾ ਲਿਆ। ਵਾਧਾ ਹੋ ਗਿਆ ਉਹਦੇ ਵਿੱਚ ਜੀ, ਮੋਹ ਮਮਤਾ ਕਰਕੇ। ਅਗਲੀ ਪੰਕਤੀ ਹੈ ਜੀ। ਹਰ ਹਰ ਕਿਰਪਾ ਧਾਰੀ ਮੇਰੇ ਠਾਕਰ, ਬਿਖ ਗੁਰਮਤਿ ਹਰ ਨਾਮ ਲੈ ਜਾਏ ਜਿਉ।
ਗੁਰੂ ਜੀ ਆਖਦੇ ਹਨ, ਮੇਰੇ ਪਰਮੇਸ਼ਰ ਹਰ ਠਾਕਰ ਨੇ ਜਿਨ੍ਹਾਂ ਉੱਤੇ ਆਪਣੀ ਕਿਰਪਾ ਧਾਰੀ ਜੀ ਕੀਤੀ ਜੀ, ਗੁਰਸਿੱਖਿਆ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹ ਗੁਰਸ਼ਬਦ ਗੁਰਬਾਣੀ ਨਾਮ ਜਪਣ ਕਰਕੇ ਉਹਨਾਂ ਦੀ ਰਾਗ ਰੂਪੀ ਮੈਲ ਜੋ ਹੈ ਉਹ ਲੈ ਜਾਂਦੀ ਹੈ ਜੀ। ਭਾਵ ਹੁਣ ਇਸ ਤਰ੍ਹਾਂ ਦੇ ਸਮਾਂ ਆ ਗਿਆ ਜੀ ਕਿ ਬੜੀ ਮਸ਼ੱਕਤ ਨਾਲ ਗੁਰਸਿੱਖਿਆ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹਨਾਂ ਇੰਦਰੀਆਂ ਨੂੰ ਕੰਟਰੋਲ ਕਰਨਾ ਪੈ ਗਿਆ ਤੇ ਉਹਨਾਂ ਦੀ ਵਿਸ਼ੇ ਵਿਕਾਰਾਂ ਦੀ ਜੋ ਰੂਪੀ ਮੈਲ ਸੀ ਮੋਹ ਮਾਇਆ ਦੀ ਉਹ ਲੈ ਜਾਂਦੀ ਸੀ ਜੀ। ਅਖੀਰਲੀ ਪੰਕਤੀ ਹੈ ਜੀ, ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਦ ਸੰਜਮ ਕਰਮ ਕਮਾਏ ਜੀ। ਗੁਰੂ ਜੀ ਆਖਦੇ ਹਨ, ਜਿਸ ਵੇਲੇ ਤੇਤਰਾ ਜੁਗ ਆਇਆ ਤਾਂ ਅੰਤਰੇ ਭੇਦ ਨੇ ਆਪਣਾ ਜ਼ੋਰ ਪਾ ਲਿਆ ਅਤੇ ਜਤ ਨੂੰ ਧਾਰ ਕੇ ਇੰਦਰੀਆਂ ਤੇ ਸੰਜਮ ਰੂਪ ਕਰਮ ਕਮਾਉਂਦੇ ਸਨ। ਇੰਦਰੀਆਂ ਤੇ ਭਾਵ ਇੰਦਰੀਆਂ ਤੇ ਕਾਬੂ ਨਹੀਂ ਰਿਹਾ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ, ਜਦੋਂ ਤੇਤਰਾ ਯੁੱਗ ਆਇਆ ਤਾਂ ਜੀਵ ਮਨੁੱਖਾਂ ਦੇ ਹਿਰਦੇ ਅੰਦਰ ਕਈ ਕਰਮ ਕਾਂਡਾਂ ਨੇ ਜ਼ੋਰ ਪਾ ਲਿਆ ਅਤੇ ਉਹ ਆਪਣਾ ਜਤ ਸੰਜਮ ਆਦਿ ਕਰਮ ਕਮਾਉਣ ਲੱਗ ਪਏ ਜੀ। ਫਿਰ ਇਸ ਤਰ੍ਹਾਂ ਜੋ ਧਰਮ ਉਸ ਵੇਲੇ ਦਾ ਸੀ ਉਹਦਾ ਚੌਥਾ ਪੈਰ ਖਿਸਕ ਗਿਆ ਜੀ। ਭਾਵ ਉਹ ਤਿੰਨਾਂ ਹਿੱਸਿਆਂ ਤੇ ਹੁਣ ਧਰਮ ਖਲੋਤਾ ਸੀ ਅਤੇ ਧਰਮ ਹੁਣ ਤਿੰਨ ਪੈਰਾਂ ਉੱਤੇ ਆ ਟਿਕਿਆ। ਫਿਰ ਗੁਰੂ ਜੀ ਆਖਦੇ ਹਨ, ਜੀਵ ਮਨ ਦੇ ਹਿਰਦੇ ਅੰਦਰ ਕ੍ਰੋਧ ਸੜਨ ਲੱਗ ਪਿਆ ਜੀ ਅਤੇ ਹਿਰਦੇ ਵਿੱਚ ਆਇਆ ਕ੍ਰੋਧ ਬਹੁਤ ਜ਼ਹਿਰੀਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਜ਼ਮਾਨੇ ਦੇ ਰਾਜੇ ਮਹਾਰਾਜੇ ਕ੍ਰੋਧ ਵਿੱਚ ਆਪਣੀਆਂ ਸੀਮਾਵਾਂ ਨੂੰ ਆਪਣੇ ਗੱਦੀ ਨੂੰ ਹੋਰ ਵਧਾਉਣ ਲਈ ਇੱਧਰ ਉੱਧਰ ਆਪਸ ਵਿੱਚ ਲੜ ਕੇ ਬੜਾ ਦੁੱਖ ਪਾਉਂਦੇ ਸਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹਨਾਂ ਦੇ ਅੰਦਰੋਂ ਮਮਤਾ ਮੋਹ ਮਾਇਆ ਮੇਰਾਪਨ ਦਾ ਬਹੁਤ ਵੱਡਾ ਰੋਗ ਲੱਗ ਗਿਆ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਸ ਕਰਕੇ ਉਹਨਾਂ ਨੇ ਆਪਣੇ ਹਉਮੈ ਅਤੇ ਹੰਕਾਰ ਨੂੰ ਹੋਰ ਵਧਾ ਲਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੇਰੇ ਸਵਾਮੀ ਪਰਮੇਸ਼ਰ ਜਿਸ ਉੱਤੇ ਤੂੰ ਆਪਣੀ ਕਿਰਪਾ ਮਿਹਰ ਕੀਤੀ ਜੀ, ਉਹਨਾਂ ਨੇ ਗੁਰੂ ਉਪਦੇਸ਼ ਗੁਰਸ਼ਬਦ ਗੁਰਬਾਣੀ ਨਾਮ ਲੈ ਕੇ ਆਪਣੇ ਵਿਸ਼ੇ ਵਿਕਾਰਾਂ ਦੀ ਜੋ ਲੈ ਸੀ ਉਹ ਲਾ ਲਈ। ਫਿਰ ਗੁਰੂ ਜੀ ਆਖਦੇ ਹਨ, ਜਦੋਂ ਤੇਤਰਾ ਯੁੱਗ ਆਇਆ ਤਾਂ ਜੀਵ ਮਨੁੱਖਾਂ ਦੇ ਹਿਰਦੇ ਵਿੱਚ ਕਰਮ ਕਾਂਡਾਂ ਨੇ ਮੋਹ ਮਾਇਆ ਹੰਕਾਰ ਹਉਮੈ ਜਤ ਸੰਜਮ ਆਦਿ ਉਹਨਾਂ ਨੇ ਕਰਮ ਕਮਾਉਣੇ ਸ਼ੁਰੂ ਕਰ ਦਿੱਤੇ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।